ਕਿਸੇ ਵਿਦਵਾਨ ਨੇ ਬਹੁਤ ਸੋਹਣਾ ਕਿਹਾ ਹੈ ਕਿ ਜਦੋਂ ਕਿਸੇ ਦੁਖੀ ਨੂੰ ਕਿਸੇ ਮਜਬੂਰ ਨੂੰ ਦੇਖ ਕੇ ਉਸਦੇ ਦੁੱਖ ਦਰਦ ਨੂੰ ਮਹਿਸੂਸ ਕਰਕੇ ਤੁਹਾਡੀਆਂ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣ ਤਾਂ ਸੱਚਮੁੱਚ ਤੁਹਾਡੇ ਵਿੱਚ ਉਹ ਜੋ ਜਜ਼ਬਾ ਹੈ ਉਹ ਜਜ਼ਬਾ ਸਮਾਜ ਸੇਵਾ ਦਾ ਹੈ ਤੇ ਅਸਲ ਅਰਥਾਂ ਦੇ ਵਿੱਚ ਤੁਸੀਂ ਇੱਕ ਚੰਗੇ ਇਨਸਾਨ ਹੋਣ ਦੇ ਨਾਲ-ਨਾਲ ਸਮਾਜ ਸੇਵੀ ਹੋ। ਜੇ ਗੱਲ ਕਰੀਏ ਮੌਜੂਦਾ ਦੌਰ ਦੀ ਤਾਂ ਮੌਜੂਦਾ ਦੌਰ ਦੇ ਵਿੱਚ ਕਰੋਨਾ ਦੀ ਮਹਾਮਾਰੀ ਨੇ ਹਰ ਘਰ ਦੇ ਵਿੱਚ ਜਦੋਂ ਇਹੋ ਜਿਹਾ ਡਰ ਫੈਲਾ ਦਿੱਤਾ ਕਿ ਜੋ ਜ਼ਰੂਰਤਮੰਦ ਲੋਕ ਸਨ, ਜੋ ਦੋ ਵੇਲੇ ਦੀ ਰੋਜੀ ਰੋਟੀ ਆਪਣੇ ਹੱਥੀਂ ਕਮਾ ਕੇ ਗੁਜ਼ਾਰਾ ਕਰ ਰਹੇ ਸਨ, ਜਾਂ ਉਹ ਲੋਕ ਜੋ ਬਿਮਾਰ ਸਨ ਆਪਣੇ ਹੱਥੀਂ ਦਵਾਈਆਂ ਨਹੀਂ ਖਰੀਦ ਸਕਦੇ ਸਨ, ਅਜਿਹੇ ਲੋਕਾਂ ਦੇ ਲਈ ਇੱਕ ਕਰੋਨਾ ਵਾਰੀਅਰ ਦੇ ਤੌਰ 'ਤੇ ਅੱਗੇ ਆਈ ਸਰਦਾਰ ਰਵਿੰਦਰ ਸਿੰਘ। ਸਰਦਾਰ ਰਵਿੰਦਰ ਸਿੰਘ ਜੋ ਕਿ ਮੌਜੂਦਾ ਦੌਰ ਦੇ ਵਿੱਚ ਚੀਫ ਖਾਲਸਾ ਦੀਵਾਨ ਦੇ ਮੈਂਬਰ ਹਨ ਅਤੇ ਪਿਛਲੇ 7 ਸਾਲਾਂ ਤੋਂ ਇਸ ਦੇ ਨਾਲ ਜੁੜ ਕੇ ਕੰਮ ਕਰ ਰਹੇ ਹਨ। ਚੀਫ ਖਾਲਸਾ ਦੇ 4 ਸਕੂਲਾਂ ਵਿੱਚ ਬਤੌਰ ਇਹਨਾਂ ਨੇ ਮੈਂਬਰ ਇੰਚਾਰਜ ਜਿਹੜਾ ਕੰਮ ਕੀਤਾ ਅਤੇ ਬਹੁਤ ਸਾਰੀਆਂ ਆਪਣੀਆਂ ਸੇਵਾਵਾਂ ਦਿੱਤੀਆਂ। ਗੱਲ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ, ਸਰਦਾਰ ਰਵਿੰਦਰ ਸਿੰਘ ਚੰਡੀਗੜ੍ਹ ਓਂਕਾਰ ਚੈਰੀਟੇਬਲ ਟਰਸਟ ਦੇ ਚੇਅਰਪਰਸਨ ਵੀ ਹਨ ਅਤੇ ਲਗਾਤਾਰ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਰਹੇ ਹਨ। ਅਸੀਂ ਵੈਲਕਮ ਕਰਦੇ ਹਾਂ ਸਾਡੇ ਅੱਜ ਦੇ ਇਸ ਕਰੋਨਾ ਵਾਰੀਅਰ ਪ੍ਰੋਗਰਾਮ ਦੇ ਵਿੱਚ ਸਰਦਾਰ ਰਵਿੰਦਰ ਸਿੰਘ ਜੀ ਦਾ। ਵੈਲਕਮ ਸਰ। ਸਰ, ਸਭ ਤੋਂ ਪਹਿਲਾਂ ਮੇਰਾ ਪਹਿਲਾ ਸਵਾਲ ਤੁਹਾਨੂੰ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਚੀਫ ਖਾਲਸਾ ਦੀਵਾਨ ਦੇ ਮੈਂਬਰ ਹੋ ਅਤੇ ਚੰਡੀਗੜ੍ਹ ਓਂਕਾਰ ਚੈਰੀਟੇਬਲ ਟਰਸਟ ਦੇ ਵਿੱਚ ਜਿਹੜਾ ਆਪਣੀਆਂ ਸੇਵਾਵਾਂ ਦੇ ਰਹੇ ਹੋ, ਸਮਾਜ ਸੇਵਾ ਦਾ ਜਿਹੜਾ ਜਜ਼ਬਾ ਕਿਸ ਤਰੀਕੇ ਆਇਆ? ਮੈਨੂੰ ਇੱਕ ਸ਼ੁਰੂ ਤੋਂ ਹੀ ਮੇਰੇ ਅੰਦਰ ਇੱਕ ਸ਼ੌਂਕ ਹੈ ਕਿ ਲੋਕਾਂ ਲਈ, ਗਰੀਬਾਂ ਲਈ ਕੁਝ ਕਰਾਂ ਜੀ। ਮੈਨੂੰ ਜਦੋਂ ਵੀ ਮੈਂ ਇਹਨਾਂ ਲਈ ਕੁਝ ਕਰਦਾ ਤੇ ਮੈਨੂੰ ਇਹਦੇ ਅੰਦਰ ਇੰਨੀ ਸੈਟੀਸਫੈਕਸ਼ਨ ਮਿਲਦੀ ਹੈ। ਮੈਨੂੰ ਲੱਗਦਾ ਕਿ ਜਿਵੇਂ ਅੱਜ ਮੈਂ ਕੁਝ ਕਰ ਲਿਆ, ਅੱਜ ਮੈਂ ਰੱਬ ਨੂੰ ਪਾ ਲਿਆ। ਅਤੇ ਇਹ ਜਜ਼ਬਾ ਮੈਨੂੰ ਲੱਗਦਾ ਜਦ ਤੱਕ ਮੈਂ ਮਰਦਾ ਦਮ ਤੱਕ ਇਹ ਰਹੇਗਾ। ਔਰ ਮੈਂ ਤਾਂ ਇੱਕ ਮੇਰੀ ਸੋਚ ਹੈ ਕਿ ਮੇਰੇ ਕੋਲ ਜਿਹੜਾ ਗਰੀਬ ਦੁਕਾਨ 'ਤੇ ਆ ਵੀ ਜਾਏ ਜਾਂ ਮੇਰੇ ਆਫਿਸ ਵਿੱਚ ਆ ਵੀ ਜਾਏ ਤਾਂ ਖਾਲੀ ਨਾ ਜਾਏ ਜੀ। ਅਤੇ ਮੈਨੂੰ ਇਹ ਪਰਮਾਤਮਾ ਇਹ ਜਜ਼ਬੇ ਨੂੰ ਮੇਰੇ ਜਦ ਤੱਕ ਮੈਂ ਜਿੰਦਾ ਮੇਰੇ ਅੰਦਰ ਭਰੀ ਰੱਖੇ। ਮੈਂ ਰੱਬ ਅੱਗੇ ਇਹ ਅਰਦਾਸ ਕਰਦਾ ਮੇਰੇ ਹੱਥੋਂ ਗਰੀਬਾਂ ਦੀ ਸੇਵਾ ਲੈਂਦਾ ਰਹੇ। ਜੀ, ਬਹੁਤ ਵਧੀਆ ਜੀ। ਰਵਿੰਦਰ ਜੀ, ਜੇ ਗੱਲ ਕਰੀਏ, ਆਪਾਂ ਜਿਸ ਤਰੀਕੇ ਗੱਲ ਕੀਤੀ ਹੈ, ਜਜ਼ਬੇ ਦੀ ਗੱਲ ਕੀਤੀ ਹੈ, ਪਰ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਸਮਾਜ ਦੇ ਵਿੱਚ ਜਾਂ ਕਿਸੇ ਵੀ ਇਨਸਾਨ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ ਜੋ ਇਸ ਨੂੰ ਇਸ ਪਾਸੇ ਵੱਲ ਨੂੰ ਲੈ ਜਾਂਦੀ ਹੈ। ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਅਜਿਹੀ ਜਿਹੜੀ ਘਟਨਾ ਵਾਪਰੀ ਜਿਸ ਨੇ ਤੁਹਾਨੂੰ ਇਸ ਪਾਸੇ ਵੱਲ ਨੂੰ ਪ੍ਰੇਰਿਤ ਕੀਤਾ? ਨਹੀਂ, ਮੈਨੂੰ ਕਦੀ ਇੱਦਾਂ ਦੀ ਘਟਨਾ ਨਹੀਂ ਵਾਪਰੀ, ਪਰ ਮੇਰੇ ਅੰਦਰ ਇੱਕ ਇਹ ਸੀ ਕਿ ਜਦ ਤੱਕ ਤੁਸੀਂ ਸਿੱਖ ਧਰਮ ਦੇ ਵਿੱਚ ਤੁਸੀਂ ਇੱਕ ਜਨਮ ਲਿਆ, ਸਿੱਖ ਧਰਮ ਦਾ ਇੱਕ ਸਿਧਾਂਤ ਹੈ ਕਿ ਤੁਸੀਂ ਸੇਵਾ ਕਰੋ, ਨਾਮ ਜਪੋ, ਵੰਡ ਛਕੋ। ਅਤੇ ਉਹ ਸਿਧਾਂਤ ਅਸੂਲਾਂ ਨੂੰ ਕੋਸ਼ਿਸ਼ ਇਹ ਕੀਤੀ ਹੈ ਕਿ ਗੁਰੂ ਨਾਨਕ ਦੇ ਅਸੂਲਾਂ ਨੂੰ ਮੰਨੀਏ ਔਰ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਕਰਕੇ ਸਮਾਜ ਨੂੰ ਕੁਝ ਸੇਵਾ ਦੇ ਪਾਈਏ। ਜੀ, ਬਿਲਕੁਲ ਜੀ। ਪਿਆਰੇ ਦਰਸ਼ਕੋ, ਇਹਨਾਂ ਦੀ ਗੱਲ ਬਿਲਕੁਲ ਦਰੁਸਤ ਹੈ ਕਿਉਂਕਿ ਸਿੱਖ ਧਰਮ ਇੱਕ ਅਜਿਹਾ ਧਰਮ ਹੈ ਜਿਸ ਦੇ ਵਿੱਚ ਦਸਵੰਧ ਕੱਢਣ ਦੀ ਜਿਹੜੀ ਪਿਰਤਾ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਿਰਤ ਕਰੋ, ਵੰਡ ਛਕੋ। ਅਤੇ ਕਿਰਤ ਦੀ ਗੱਲ ਚੱਲੀ ਹੈ, ਅਸੀਂ ਗੱਲ ਕਰਾਂਗੇ ਰਵਿੰਦਰ ਜੀ ਦੇ ਨਾਲ ਕਿ ਕਿਰਤ ਦੇ ਤੌਰ 'ਤੇ ਜੇਕਰ ਜਾਣਿਆ ਜਾਵੇ ਤਾਂ ਬਾਈ ਪ੍ਰੋਫੈਸ਼ਨ ਤੁਹਾਡੇ ਕੀ ਕੰਮ ਕਾਜ ਨੇ ਅਤੇ ਕਿਸ ਤਰੀਕੇ ਨਾਲ ਜਿਹੜਾ ਦਸਵੰਧ ਲਗਾਤਾਰ ਕੱਢਦੇ ਰਹਿੰਦੇ ਹੋ? ਮੇਰਾ ਬੇਸਿਕਲੀ ਕਾਸਮੈਟਿਕ ਹੋਲਸੇਲ ਦਾ ਕੰਮ ਹੈ ਚੰਡੀਗੜ੍ਹ ਦੇ ਵਿੱਚ ਜੀ। ਅਤੇ ਬਸ ਮੈਨੂੰ ਇੱਕ ਪਰਮਾਤਮਾ ਨੇ ਜੋ ਵੀ ਕੁਝ ਦਿੱਤਾ ਸਭ ਉਹਦਾ ਸ਼ੁਕਰ ਹੈ। ਪਰਮਾਤਮਾ ਮੇਰੇ ਤੋਂ ਇਹ ਸੇਵਾ ਲੈਂਦਾ ਰਹੇ। ਇਸ ਤੋਂ ਜ਼ਿਆਦਾ ਮੈਂ ਹੋਰ ਉਸ ਬਾਰੇ ਕੁਛ ਨਹੀਂ, ਮੈਂ ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਹੀ ਕਰਦਾ ਰਹਾਂਗਾ ਇਸ ਲਈ। ਜੀ। ਚੀਫ ਖਾਲਸਾ ਦੀਵਾਨ ਦੇ ਨਾਲ ਤੁਸੀਂ ਕਦੋਂ ਤੋਂ ਜੁੜੇ ਔਰ ਕਿਸ ਤਰੀਕੇ ਦੀਆਂ ਜਿਹੜੀਆਂ ਸੇਵਾਵਾਂ ਮੌਜੂਦਾ ਦੌਰ ਦੇ ਵਿੱਚ ਤੁਸੀਂ ਦੇ ਰਹੇ ਹੋ? ਮੈਂ ਪਿਛਲੇ 6-7 ਸਾਲ ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਪਰਮਾਤਮਾ ਨੇ 4 ਸਕੂਲਾਂ ਦਾ ਮੈਂਬਰ ਇੰਚਾਰਜ ਬਣਾਇਆ। ਉੱਥੇ ਅਨੰਦਪੁਰ ਸਾਹਿਬ ਦੇ ਸਿੱਖਾਂ ਦਾ ਸਭ ਤੋਂ ਪੁਰਾਣਾ ਸਕੂਲ ਜੀ ਖਾਲਸਾ ਸਕੂਲ ਜਿਹੜਾ 1871 ਦੇ ਵਿੱਚ ਬਣਿਆ ਸੀ, ਉਸ ਸਕੂਲ ਦਾ ਮੈਨੂੰ ਮੈਂਬਰ ਇੰਚਾਰਜ ਬਣਾਇਆ ਗਿਆ। ਔਰ ਬੜਾ ਅੱਛਾ ਲੱਗਿਆ ਕਿ 700 ਬੱਚਿਆਂ ਤੋਂ ਅਸੀਂ 1300-1400 ਬੱਚੇ ਤੱਕ ਲੈ ਕੇ ਗਏ। ਔਰ ਕੋਸ਼ਿਸ਼ ਇਹੀ ਕੀਤੀ ਕਿ ਜਿੰਨੇ ਵੀ ਬੱਚੇ ਹੈਗੇ ਪੇਂਡੂ ਇਲਾਕੇ ਦੇ ਬੱਚੇ ਹੈਗੇ, ਇਹਨਾਂ ਨੂੰ ਖੇਡਾਂ ਦੇ ਵਿੱਚ ਤਰੱਕੀ ਮਿਲੇ, ਇਹਨਾਂ ਨੂੰ ਸਟੱਡੀ ਦੇ ਵਿੱਚ ਇਹਨਾਂ ਦਾ ਸਟੱਡੀ ਲੈਵਲ ਇੰਨਾ ਲੈਵਲ ਉੱਚਾ ਕਰ ਦਿੱਤਾ ਜਾਏ ਕਿ ਕੱਲ੍ਹ ਨੂੰ ਇਹ ਸ਼ਹਿਰਾਂ ਦੇ ਵਿੱਚ ਜਾਣ 'ਤੇ ਆਪਣੇ ਆਪ ਨੂੰ ਪਛੜੇ ਨਾ ਸਮਝਣ। ਸਾਡੀ ਕੋਸ਼ਿਸ਼ ਇਹ ਰਹੀ। 4 ਸਾਲ ਮੈਂ 4 ਸਕੂਲਾਂ ਦਾ ਮੈਂਬਰ ਇੰਚਾਰਜ ਰਿਹਾ।
ਸਾਰੇ ਸਕੂਲਾਂ 'ਚ ਵੀ ਸਾਡੀ ਇਹੀ ਕੋਸ਼ਿਸ਼ ਹੈ ਐਜੂਕੇਸ਼ਨ ਦਾ ਲੈਵਲ ਬਹੁਤ ਅੱਛਾ ਕੀਤਾ ਜਾਏ। ਜੀ ਰਵਿੰਦਰ ਜੀ, ਜੇ ਗੱਲ ਕਰੀਏ ਚੰਡੀਗੜ੍ਹ ਓਂਕਾਰ ਚੈਰੀਟੇਬਲ ਟਰਸਟ ਦੀ, ਤੇ ਤੁਹਾਡੇ ਟਰਸਟ ਨੇ ਪਿਛਲੇ ਦਿਨੀ ਜਦੋਂ ਕਰੋਨਾ ਦੀ ਮਹਾਮਾਰੀ ਆਈ ਹੈ ਬਹੁਤ ਜ਼ਿਆਦਾ ਕੰਮ ਕੀਤਾ। ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਸਨ ਜਿਨ੍ਹਾਂ ਨੇ 2 ਵੇਲੇ ਦੀ ਰੋਟੀ ਕਮਾ ਕੇ ਖਾਂਦੇ ਸੀ। ਬਹੁਤ ਸਾਰੇ ਬਿਮਾਰ ਲੋਕ ਵੀ ਸਨ ਜਿਹੜੇ ਹੱਥੀਂ ਦਵਾਈਆਂ ਨਹੀਂ ਖਰੀਦ ਸਕਦੇ ਸੀ। ਉਹਨਾਂ ਸਾਰਿਆਂ ਤੱਕ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੁੱਜਦਾ ਕੀਤੀਆਂ। ਲੇਕਿਨ ਮੈਂ ਤੁਹਾਡੇ ਤੋਂ ਇਹ ਚੀਜ਼ ਜਾਣਨਾ ਚਾਹਾਂਗੀ ਕਿ ਇਹ ਜਿਹੜੀ ਲੋਕ ਸੀ, ਇਹਨਾਂ ਦੀ ਜਿਹੜੀ ਲਿਸਟ ਹੈ ਤੁਸੀਂ ਕਿਵੇਂ ਤਿਆਰ ਕੀਤੀ ਕਿ ਵਾਕਿਆ ਹੀ ਇਹ ਜਿਹੜੇ ਲੋਕ ਨੇ ਜ਼ਰੂਰਤਮੰਦ ਨੇ, ਇਹਨਾਂ ਤੱਕ ਰਾਸ਼ਨ ਜਿਹੜਾ ਪਹੁੰਚਣਾ ਚਾਹੀਦਾ? ਇੱਦਾਂ ਕੁਝ ਤਾਂ ਨਾ ਮੈਂ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਨਾਲ ਵੀ ਜੁੜਿਆ ਸੀ। ਜਦ ਗੁਰੂ ਕਾ ਲੰਗਰ ਆਈ ਹਸਪੀਟਲ ਵਾਲੇ ਜਿਹੜੇ ਅਸੀਂ 8-10 ਹਜ਼ਾਰ ਬੰਦਿਆਂ ਨੂੰ ਆਪਣੇ ਉਸ ਟਰਸਟ ਤੋਂ ਸੇਵਾ ਕਰ ਰਹੇ ਸੱਭਰਵਾਲ ਵੀਰ ਜੀ ਦੇ ਨਾਲ ਸੀ। ਤੇ ਇਨ ਬਿਟਵੀਨਸ ਮੈਨੂੰ ਕੁਝ ਮੇਰੇ ਆਪਣੇ ਸਰਕਲ 'ਚੋਂ ਫੋਨ ਇਹੋ ਜਿਹੇ ਆਏ ਕਿ ਜਿਵੇਂ ਲੋਕਡਾਊਨ ਦੇ ਦੌਰਾਨ ਟਰਾਂਸਪੋਰਟ ਏਰੀਆ ਦੇ ਵਿੱਚ ਕੁਝ ਮਜ਼ਦੂਰ, ਕੁਝ ਕਲੀਨਰ, ਕੁਝ ਡਰਾਈਵਰ ਫਸੇ ਹੋਏ ਹਨ, ਕਾਈਂਡਲੀ ਤੁਸੀਂ ਇਹਨਾਂ ਨੂੰ ਰੋਟੀ ਵਗੈਰਾ ਪ੍ਰੋਵਾਈਡ ਕਰੋਗੇ। ਤੇ ਮੈਨੂੰ ਬੜੀ ਖੁਸ਼ੀ ਹੋਈ ਅਗਰ ਮੈਂ ਇਹਨੂੰ ਸੇਵਾ ਕਰਨ ਦਾ ਮੈਨੂੰ ਮੌਕਾ ਮਿਲੇ। ਹੁਣ ਮੈਂ ਇਹ ਭਾਰ ਆਪਣਾ ਦੂਸਰੇ ਟਰਸਟ 'ਤੇ ਪਾਉਣਾ ਨਹੀਂ ਸੀ ਚਾਹੁੰਦਾ, ਤੇ ਫਿਰ ਅਸੀਂ ਕੋਸ਼ਿਸ਼ ਕੀਤੀ। ਇੱਕ ਮੈਂ ਮਾਤਾ ਮਨਸਾ ਦੇਵੀ ਟਰਸਟ ਹੈਗਾ, ਉਹਨਾਂ ਨਾਲ ਰਿਕੁਐਸਟ ਕੀਤੀ ਕਿ ਫਿਲਹਾਲ ਸਾਨੂੰ 2 ਟਾਈਮ ਦਾ ਖਾਣਾ ਦੇ ਦਿਓ। ਉਹਨਾਂ ਨੇ ਸਾਡੀ ਇਸ ਰਿਕੁਐਸਟ ਨੂੰ ਮੰਨਿਆ, ਉਹਨਾਂ ਨੇ ਸਾਨੂੰ 2 ਟਾਈਮ ਦਾ ਖਾਣਾ ਦਿੱਤਾ। ਫਿਰ 4 ਐਸੇ ਡੈਸਟੀਨੇਸ਼ਨ ਸੀ, 2 ਜੰਗਲ ਦੇ ਵਿੱਚ 2 ਕਲੋਨੀਆਂ ਸੀ ਜਿਹਦੇ ਛੋਟੇ ਛੋਟੇ ਬੱਚੇ ਸੀ, ਜਿੱਥੇ ਮੇਰਾ ਖਿਆਲ ਹੈ ਸ਼ਾਇਦ ਕੋਈ ਐਡਮਿਨਿਸਟ੍ਰੇਸ਼ਨ ਦੀ ਪਹੁੰਚ ਵੀ ਨਹੀਂ ਸੀ। 2 ਕਲੋਨੀਆਂ ਉਹ ਮਿਲ ਗਈਆਂ, ਇੱਕ ਟਰਾਂਸਪੋਰਟ ਏਰੀਆ ਮਿਲ ਗਿਆ। ਇੱਦਾਂ ਹੀ ਇੱਕ ਸੰਸਕਾਰ ਕ੍ਰਿਮੇਸ਼ਨ ਗਰਾਊਂਡ ਸੀ ਜਿਹਦੇ ਵਿੱਚ 10-12 ਮਜ਼ਦੂਰ ਫਸੇ ਹੋਏ ਸੀ, ਉਹ ਰਹਿ ਵੀ ਰਹੇ ਸੀ, ਕੁਝ ਉਹਨਾਂ ਦੀਆਂ ਸੇਵਾਵਾਂ ਵੀ ਕਰਦੇ ਹਨ। ਫਿਰ ਉਹਨਾਂ ਦੀ ਸਾਡੀ ਡਿਊਟੀ ਲੱਗ ਗਈ, ਅਸੀਂ ਸਵੇਰੇ ਸ਼ਾਮੀ 2 ਟਾਈਮ ਉਹਨਾਂ ਨੂੰ ਅਸੀਂ ਲੰਗਰ ਦੇਣ ਜਾਂਦੇ। ਉਹ ਲੰਗਰ ਦੇਣ ਜਾਣ ਤੋਂ ਬਾਅਦ ਸਾਨੂੰ ਕਈ ਚੀਜ਼ਾਂ ਇਹਦੀਆਂ ਲੱਗੀਆਂ ਕਿ ਇਹਨਾਂ ਨੂੰ ਦਵਾਈਆਂ ਦੀ ਲੋੜ ਹੈ ਯਾਰ, ਇਹ ਦਵਾਈਆਂ ਕੁਝ ਕਹਿੰਦੇ ਸਾਡੇ ਵਾਸਤੇ ਦਵਾਈ ਲਿਆ ਦਿਓ ਜੀ, ਅਸੀਂ ਤਾਂ ਜਾ ਨਹੀਂ ਸਕਦੇ। ਤੇ ਰੱਬ ਨੇ ਸਾਨੂੰ ਪਾਸ ਵੀ ਦਿੱਤੇ ਹੈ, ਸਾਨੂੰ ਗੱਡੀਆਂ ਵੀ ਦਿੱਤੀਆਂ, ਸਾਨੂੰ ਤਾਂ ਹੋਰ ਮੌਕਾ ਮਿਲ ਗਿਆ। ਅਸੀਂ ਇਹ ਕੋਸ਼ਿਸ਼ ਕੀਤੀਆਂ, ਦਵਾਈਆਂ ਦਿੱਤੀਆਂ, ਇਹਨਾਂ ਨੂੰ ਚੱਪਲਾਂ ਤੱਕ ਲਿਆ ਕੇ ਦਿੱਤੀਆਂ, ਕਈਆਂ ਨੂੰ ਕੱਪੜੇ ਤੱਕ ਲਿਆ ਕੇ ਦਿੱਤੇ। ਕੋਸ਼ਿਸ਼ ਇਹ ਕੀਤੀ ਕਿ ਇਹਨਾਂ ਨੂੰ ਅੱਛਾ, ਸਭ ਤੋਂ ਵੱਡੀ ਗੱਲ ਹੈ ਜਿਹੜੇ ਛੋਟੇ ਛੋਟੇ ਬੱਚੇ ਸੀ ਨਾ, ਸਾਨੂੰ ਐਂ ਲੱਗਦਾ ਸੀ ਯਾਰ ਬੜੇ ਵਿਚਾਰੇ ਕਿੱਦਾਂ ਲੋਕਡਾਊਨ ਦੇ ਵਿੱਚ ਇੱਕੋ ਹੀ ਚੀਜ਼ ਦਾ ਖਾਣਾ ਖਾਏ। ਫਿਰ ਇਹਨਾਂ ਵਾਸਤੇ ਅਸੀਂ ਫਰੂਟ, ਜੂਸਿਸ, ਕੋਸ਼ਿਸ਼ ਇਹ ਕਰਦੇ ਸੀ ਕਿ ਇਹਨਾਂ ਨੂੰ ਤੋਂ ਨਵਾਂ ਖਾਣਾ ਖਿਲਾਈਏ। ਇਹ ਵੀ ਸਾਡੀ ਕੋਸ਼ਿਸ਼ ਰਹੀ, ਅਸੀਂ ਉਹਨਾਂ ਨੂੰ ਲੰਗਰ ਖਿਲਾਉਣ ਦੀ। ਜੀ ਰਵਿੰਦਰ ਜੀ, ਇੱਥੇ ਇੱਕ ਮੇਰਾ ਇੱਕ ਬਹੁਤ ਜਿਹੜਾ ਨਿੱਜੀ ਜਿਹਾ ਸਵਾਲ ਤੁਹਾਡੇ ਤੋਂ ਜਾਣਨਾ ਚਾਹਾਂਗੀ, ਕਿਉਂਕਿ ਜੇਕਰ ਗੱਲ ਕਰੀਏ ਕਰੋਨਾ ਦੀ, ਤਾਂ ਕਰੋਨਾ ਦੀ ਮਹਾਮਾਰੀ ਇੱਕ ਐਸੀ ਮਹਾਮਾਰੀ ਸੀ ਜਿਸਨੇ ਕਿ ਹਰ ਦਿਲ ਦੇ ਵਿੱਚ ਜਿਹੜਾ ਹੈਗਾ ਡਰ ਪੈਦਾ ਕਰ ਦਿੱਤਾ ਸੀ ਕਿ ਕਿਤੇ ਮੈਨੂੰ ਕਰੋਨਾ ਨਾ ਹੋ ਜੇ। ਅਜਿਹੀ ਮਹਾਮਾਰੀ ਦੇ ਵਿੱਚ ਤੁਸੀਂ ਆਪ ਜਾ ਕੇ ਹੱਥੀਂ ਸੇਵਾ ਕਰਦੇ ਰਹੇ, ਮਨ ਵਿੱਚ ਕਿਤੇ ਡਰ ਨਹੀਂ ਆਇਆ ਕਿਤੇ ਕਰੋਨਾ ਦੇ ਸ਼ਿਕਾਰ ਆਪ ਨਾ ਹੋ ਜਾਈਏ? ਦੇਖੋ, ਉਸ ਟਾਈਮ ਮੇਰੇ ਅੰਦਰ ਇੰਨਾ ਜਜ਼ਬਾ ਸੀ, ਮੈਨੂੰ ਕਰੋਨਾ ਦੀ ਡਰ ਹੀ ਨਹੀਂ ਸੀ। ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਸੀ ਕਿ ਵੀ ਮੈਨੂੰ ਕਰੋਨਾ ਹੋ ਜਾਊਗਾ। ਤੇ ਮੇਰੇ ਮਨ ਦੇ ਵਿੱਚ ਇਹ ਸੀ ਅਗਰ ਮੈਂ ਕਰੋਨਾ ਹੋ ਕੇ ਮਰ ਵੀ ਗਿਆ ਤਾਂ ਸ਼ਾਇਦ ਸਮਾਜ ਦੇ ਲੇਖੇ ਲੱਗ ਜਾਵਾਂਗਾ। ਤੇ ਇਸ ਲਈ ਫਿਰ ਮੇਰੇ ਅੰਦਰ ਉਸ ਟਾਈਮ ਬੜਾ ਜੋਸ਼ ਸੀ, ਤੇ ਰੱਬ ਨੇ, ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਕਿ ਉਸ ਟਾਈਮ ਉਹ ਸੇਵਾ ਲਈ। ਉਸ ਤੋਂ ਬਾਅਦ ਫਿਰ ਇਸ ਤੋਂ ਅਸੀਂ ਪਿੱਛੇ ਨਹੀਂ ਹਟੇ। ਫਿਰ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਰਹੇ ਕਰੋਨਾ ਦੇ। ਅਸੀਂ ਇਹਨਾਂ ਨੂੰ ਜਦੋਂ ਦਵਾਈਆਂ ਦਿੰਦੇ ਸੀ ਤਾਂ ਸਾਨੂੰ ਐਂ ਲੱਗਦਾ ਸੀ ਵੀ ਪਤਾ ਨਹੀਂ ਜਿਵੇਂ ਰੱਬ ਦੀ ਅਸੀਂ ਸੇਵਾ ਕਰ ਰਹੇ। ਸਾਨੂੰ ਉਸ ਟਾਈਮ ਇੰਨਾ ਡਰ ਨਹੀਂ ਸੀ। ਉਸ ਤੋਂ ਬਾਅਦ ਅਸੀਂ ਅੱਜ ਵੀ ਸੇਵਾ ਤੋਂ ਪਿੱਛੇ ਨਹੀਂ ਹਟੇ। ਅਸੀਂ ਇਹਨਾਂ ਨੂੰ ਮਾਸਕ ਬਣਾ ਕੇ ਦਿੰਦੇ ਰਹੇ, ਲੋਕਾਂ ਨੂੰ ਅਵੇਅਰ ਕਰਦੇ ਰਹੇ, ਸੈਨੀਟਾਈਜ਼ਰ ਵੰਡਦੇ ਰਹੇ, ਇਹਨਾਂ ਨੂੰ ਕੋਸ਼ਿਸ਼ ਕੀਤੀ ਜੋ ਚੀਜ਼ ਇਹਨਾਂ ਨੂੰ ਅਵੋਇਡ ਸਾਬਣ ਵੰਡਦੇ ਰਹੇ। ਤੇ ਇਸ ਦੌਰਾਨ ਮੈਨੂੰ ਕਰੋਨਾ ਵੀ ਹੋਇਆ ਵੀ ਕਰੋਨਾ ਮੈਨੂੰ, ਪਰ ਪਰਮਾਤਮਾ ਨੇ ਇਹੋ ਜਿਹੀ ਕਿਰਪਾ ਕੀਤੀ ਕਿ ਸ਼ਾਇਦ ਮੈਨੂੰ ਇੰਗਲਿਸ਼ ਦਵਾਈ ਵੀ ਨਹੀਂ ਖਾਣੀ ਪਈ। ਪਰਮਾਤਮਾ ਨੇ ਠੀਕ ਕਰਕੇ ਫਿਰ ਮੈਨੂੰ ਕਹਿੰਦੇ, ਔਰ ਜਿਸ ਦਿਨ ਮੈਂ ਲਾਸਟ ਟਾਈਮ ਕਰੋਨਾ ਹੋਣ ਤੋਂ ਬਾਅਦ ਗੁਰਦੁਆਰੇ ਮੱਥਾ ਟੇਕਣ ਗਿਆ ਤਾਂ ਫਿਰ ਹੁਕਮਨਾਮਾ ਆਇਆ, ਗੁਰਸੇਵਾ ਤੇ ਸੁਖ ਉਪਜੇ। ਫਿਰ ਮੈਨੂੰ ਮਹਾਰਾਜ ਨੇ ਹੁਕਮ ਦਿੱਤਾ, ਸੇਵਾ ਤੇ ਲੱਗਿਆ ਰਹਿ। ਕਿਆ ਬਾਤ ਹੈ ਜੀ। ਕਿਤੇ ਨਾ ਕਿਤੇ ਜਿਹੜੀ ਹੈਗੀ ਗੱਲ ਕਰਦੇ ਹੋਏ ਰਵਿੰਦਰ ਸਿੰਘ ਜੀ ਦੇ ਵਿੱਚ ਜਿਹੜੇ ਹੈਗੇ ਤੁਸੀਂ ਦੇਖ ਸਕਦੇ ਹੋ ਕਿ ਭਾਵੁਕਤਾ ਦੀ ਵਹਿਣ ਵਿੱਚ ਵਹਿ ਗਏ ਨੇ। ਅਤੇ ਭਾਵੁਕਤਾ ਉਦੋਂ ਆਉਂਦੀ ਹੈ ਜਦੋਂ ਸੱਚੇ ਦਿਲੋਂ ਸਾਡੇ ਦਿਲ ਦੇ ਵਿੱਚ ਸਮਾਜ ਦੇ ਪ੍ਰਤੀ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ। ਬੇਸ਼ੱਕ ਇਹਨਾਂ ਨੂੰ ਕਰੋਨਾ ਹੋਇਆ, ਲੇਕਿਨ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਨਾਲ ਦੀ ਨਾਲ ਠੀਕ ਵੀ ਹੋਏ
ਤੇ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਇਹ ਸੇਵਾ ਦਿੱਤੀ ਹੈ ਉਸ ਸੇਵਾ ਨੂੰ ਲਗਾਤਾਰ ਕਰਨ ਦਾ ਜਜ਼ਬਾ ਇਹਨਾਂ ਦੇ ਅੰਦਰ ਹੈ। ਇਸੇ ਨਾਲ ਹੀ ਗੱਲ ਕਰਾਂਗੇ ਸਰ ਪੰਜਾਬ ਦੀ ਨੌਜਵਾਨੀ ਦੀ, ਕਿਉਂਕਿ ਗੱਲ ਕਰੀਏ ਅੱਜ ਦੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਨਸ਼ਿਆਂ ਦੇ ਵਿੱਚ ਜਿਹੜਾ ਰੁੜਦੇ ਜਾ ਰਹੇ ਨੇ। ਆਪਣੀ ਨੌਜਵਾਨੀ ਪੀੜ੍ਹੀ ਨੂੰ ਇੱਕ ਸੇਧ ਦੇਣ ਦੀ ਜ਼ਰੂਰਤ ਹੈ ਤੇ ਅਜਿਹੇ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਸੇਧ ਕਰਨ ਲਈ ਤੁਹਾਡੇ ਵੱਲੋਂ, ਤੁਹਾਡੀ ਸੁਸਾਇਟੀ ਵੱਲੋਂ, ਤੁਹਾਡੇ ਟਰਸਟ ਵੱਲੋਂ ਕਿਸ ਤਰੀਕੇ ਦੇ ਜਿਹੜੇ ਕੰਮ ਕੀਤੇ ਜਾ ਰਹੇ ਨੇ? ਜਦੋਂ ਇੱਦਾਂ ਸੀ ਮੈਂ ਅਨੰਦਪੁਰ ਸਾਹਿਬ ਦੇ ਮੈਂਬਰ ਇੰਚਾਰਜ ਬਤੌਰੇ ਮੈਂਬਰ ਇੰਚਾਰਜ ਰਿਹਾ ਤੇ ਸਾਡੀ ਕੋਸ਼ਿਸ਼ ਸਭ ਤੋਂ ਪਹਿਲਾਂ ਨਸ਼ੇ ਦੇ ਕਰਨੀ ਸੀ। ਮੇਰੇ ਨਾਲ ਮੇਰੇ ਕੁਲੀਗ ਸਨ, ਇਕਬਾਲ ਸਿੰਘ ਲਾਲਪੁਰਾ IPS ਸਨ ਤੇ ਉਹਨਾਂ ਦੀ ਵੀ ਇਹੀ ਕੋਸ਼ਿਸ਼ ਸੀ ਕਿ ਇਹ ਬੱਚੇ ਇਸ ਨਸ਼ੇ ਪਾਸੇ ਨਾ ਜਾਣ ਤੇ ਸਾਡਾ ਫੋਕਸ ਸਾਰਾ ਅਸੀਂ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲੈ ਗਏ ਸੀ। ਅਸੀਂ ਉਹਨਾਂ ਨੂੰ ਖੇਡਾਂ ਦੇ ਵਿੱਚ ਇੰਨੇ ਪ੍ਰਮੋਟ ਕੀਤਾ ਕਿ ਉਹਨਾਂ ਦਾ ਧਿਆਨ, ਇੱਕ ਬੱਚਾ ਸਵੇਰ ਨੂੰ ਅਗਰ ਤੁਸੀਂ ਜਾਏਗਾ ਸਵੇਰ ਦਾ ਖੇਡੇਗਾ, ਥੱਕ ਟੁੱਟ ਕੇ ਘਰ ਜਾ ਕੇ TV ਵੀ ਨਹੀਂ ਵੇਖੇਗਾ, ਮਾਂ ਤੋਂ ਦੁੱਧ ਮੰਗੇਗਾ, ਰੋਟੀ ਮੰਗੇਗਾ, ਸੋ ਜਾਏਗਾ। ਅਗਰ ਉਹਦਾ ਮਾਈਂਡ ਫਰੀ ਰਹੇਗਾ ਤਾਂ ਮੇਰਾ ਖਿਆਲ ਹੈ ਉਹ ਨਸ਼ੇ ਵਾਲੇ ਪਾਸੇ ਰਹੇਗਾ। ਅਸੀਂ ਉਹਨਾਂ ਦੇ ਮਾਈਂਡ ਨੂੰ ਇਹਨਾਂ ਖੇਡਾਂ ਵਾਲੇ ਪਾਸੇ ਤੋਰਤਾ ਸੀ। ਮੈਂ ਚੰਡੀਗੜ੍ਹ ਦੇ ਵਿੱਚ ਵੀ ਇਹੀ ਕੋਸ਼ਿਸ਼ ਹੈ ਮੇਰੀ। ਮੈਂ ਕ੍ਰਿਕਟ ਨੂੰ ਬੜਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਪਿਛਲੇ 7-8 ਸਾਲ 10 ਸਾਲ ਤੋਂ। ਮੈਂ ਕ੍ਰਿਕਟ ਨੂੰ ਕਾਫੀ ਉਚਾਈਆਂ ਤੱਕ ਪਹੁੰਚਾਇਆ ਔਰ ਮੇਰੀ ਇਹੀ ਕੋਸ਼ਿਸ਼ ਸੀ ਕਿ ਬੱਚੇ ਨਸ਼ਿਆਂ ਦੀ ਬਜਾਏ ਇਹ ਖੇਡ ਕਰਨੀ ਕਨਵਰਟ ਹੋਣ ਤੇ ਇਸੀ ਕੋਸ਼ਿਸ਼ ਦੇ ਵਿੱਚ ਅਸੀਂ ਕਈ ਬੱਚਿਆਂ ਨੂੰ ਕ੍ਰਿਕਟ ਵਾਲੇ ਪਾਸੇ ਤੋੜ ਕੇ ਇਹਨਾਂ ਚੀਜ਼ਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਬਚਣਾ ਤਾਂ ਖੈਰ ਉਹਨਾਂ ਦੇ ਐਟਮੋਸਫੀਅਰ ਤੇ ਕੋਸ਼ਿਸ਼ ਸੀ, ਪਰ ਫਿਰ ਵੀ ਆਪਣੇ ਵੱਲੋਂ ਇਹ ਕੋਸ਼ਿਸ਼ ਸਾਡੀ ਅੱਜ ਵੀ ਜਾਰੀ ਰਹੇਗੀ। ਜੀ, ਇਸੇ ਨਾਲ ਹੀ ਸਰ ਗੱਲ ਕਰੀਏ, ਤੁਸੀਂ ਲਗਾਤਾਰ ਜਿਹੜਾ ਚੰਡੀਗੜ੍ਹ ਵਪਾਰ ਮੰਡਲ ਦੇ ਐਡਵਾਈਜ਼ਰ ਦੇ ਤੌਰ ਤੇ ਵਿੱਚ ਰਹੇ ਹੋ ਔਰ ਚੰਡੀਗੜ੍ਹ ਲੇਬਰ ਫੈਡ ਦੇ ਚੇਅਰਪਰਸਨ ਵੀ ਹੋ। ਕਿਸ ਤਰੀਕੇ ਦੀਆਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ? ਦੇਖੋ, ਇਹਦੇ 'ਚ ਅਸੀਂ ਚੰਡੀਗੜ੍ਹ ਲੇਬਰ ਸੈੱਲ ਦੇ ਚੇਅਰਮੈਨ ਹੋਣ ਦੇ ਨਾਤੇ ਅਸੀਂ ਕੋਸ਼ਿਸ਼ ਇਹ ਕੀਤੀ ਕਿ ਚੰਡੀਗੜ੍ਹ ਕੋਈ ਚਾਈਲਡ ਲੇਬਰ ਨਾ ਰਹੇ ਜੀ। ਅਸੀਂ ਕੋਈ ਬੱਚੇ ਮੰਗਣ ਨਾ, ਅਸੀਂ ਇਸ ਤੋਂ ਵੀ ਇਹਨਾਂ ਨਾਲ ਮਾਰਕੀਟ 'ਚ ਡਰਾਈਵ ਕਰਦੇ ਰਹੇ ਤਾਂ ਕਿ ਬੱਚਿਆਂ ਨੂੰ ਸਾਨੂੰ ਕੋਈ ਬੱਚਾ ਚਾਈਲਡ ਲੇਬਰ ਕਰਦਾ ਮਿਲ ਜੇ ਤਾਂ ਕੋਸ਼ਿਸ਼ ਇਹ ਕੀਤੀ ਹੈ ਕਿ ਉਹਨਾਂ ਨੂੰ ਮਾਂ-ਬਾਪ ਦੇ ਹਵਾਲੇ ਕਰ ਦਿੱਤਾ ਜਾਏ ਔਰ ਇਹ ਮੁੜ ਕੇ ਕੰਮ ਨਾ ਕਰੇ ਜਾਂ ਇਹਨੂੰ ਪੜ੍ਹਾਉਣ ਵਾਸਤੇ ਲਾ ਦਿੱਤਾ ਜਾਏ। ਮੈਨੂੰ ਯਾਦ ਹੈ ਅਸੀਂ ਮੇਰੇ ਨਾਲ ਇੱਕ ਇੰਦਰਪ੍ਰੀਤ ਸਿੰਘ ਚੱਡਾ ਹੁੰਦੇ ਸਨ ਤਾਂ ਅਸੀਂ ਇੱਦਾਂ ਕਰਦੇ ਅਸੀਂ 110 ਬੱਚੇ ਆਪਣੇ ਨਾਲ ਪੜ੍ਹਾਉਣੇ ਸ਼ੁਰੂ ਕਰਤੇ। 110 ਬੱਚੇ ਇਹੋ ਜਿਹੇ ਲੈ ਲਏ ਜਿਹੜੇ ਅਸੀਂ ਗੁਰਦੁਆਰੇ PGI ਦੇ ਗੁਰਦੁਆਰੇ ਦੇ ਵਿੱਚ ਸਾਡੇ ਕੋਲ ਹੁੰਦੇ ਸਨ ਤੇ ਅਸੀਂ ਉਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਬੱਚਿਆਂ ਨੂੰ ਚਾਈਲਡ ਲੇਬਰ ਤੋਂ ਇੱਦਾਂ ਦੇ ਨਸ਼ਿਆਂ ਵਾਲੇ ਪਾਸੇ ਤੋਂ ਕੱਢ ਕੇ ਇਹਦੇ ਪਾਸੇ ਸਕੂਲ ਵਾਲੇ ਪਾਸੇ ਲਾ। ਅੱਛਾ, ਬੱਚਿਆਂ ਨੂੰ ਇਕੱਠਾ ਕਰਨਾ ਉਹਨਾਂ ਦਿਨਾਂ 'ਚ ਬੜਾ ਔਖਾ ਹੁੰਦਾ ਸੀ ਤੇ ਬੱਚਿਆਂ ਨੂੰ ਅਸੀਂ ਇੱਕ ਸ਼ਾਮ ਦੇ ਟਾਈਮ ਟਰੀਟ ਦਿੰਦੇ ਸੀ। ਆਈਸਕ੍ਰੀਮ ਲਿਆਣੀ, ਅੱਜ ਕੋਈ ਸਵੀਟਸ ਲਿਆਣੀ, ਕੋਈ ਗੇਮਸ ਦਾ ਸਮਾਨ ਲਿਆਣਾ। ਉਹ ਬੱਚਿਆਂ ਨੂੰ ਸ਼ੌਂਕ ਹੋ ਜਾਂਦਾ ਸੀ ਵੀ ਅੱਜ 2 ਘੰਟੇ ਪੜ੍ਹਾਂਗੇ ਤੇ ਸ਼ਾਮੀ ਸਾਨੂੰ ਕੁਝ ਖਾਣ ਨੂੰ ਵੀ ਮਿਲੇਗਾ, ਅੱਜ ਪੀਜੇ ਮਿਲਣਗੇ। ਉਹਨਾਂ ਦੇ ਅੰਦਰ ਇੱਕ ਇੱਦਾਂ ਦਾ ਕਰਦੇ ਅਸੀਂ 110 ਬੱਚਿਆਂ ਨੂੰ ਖੜਾ ਕਰਤਾ। ਸਾਡਾ ਇੱਕ ਪਲੇਟਫਾਰਮ ਬਣ ਗਿਆ। ਬਾਈ ਚਾਂਸ ਇੰਸੀਡੈਂਟ ਹੋ ਗਿਆ ਕਿ ਇੰਦਰਪ੍ਰੀਤ ਚੱਡਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇੱਕ ਸਕੂਲ ਦੇ ਵਿੱਚ ਬੱਚੇ ਅਸੀਂ ਰੱਖ ਨਹੀਂ ਸਕਦੇ, ਉਹਨਾਂ ਨੇ ਵੀ ਨੋਟਿਸ ਪਾਤਾ ਤੇ ਸਾਨੂੰ ਉਹ ਪ੍ਰੋਜੈਕਟ ਸਾਡਾ ਫੇਲ ਹੋ ਗਿਆ। ਫੇਲ ਤਾਂ ਨਹੀਂ ਕਹਿ ਸਕਦੇ, ਚਲੋ ਮਹਾਰਾਜ ਨੇ ਜਿੰਨੇ ਸੇਵਾਵਾਂ ਲੈਣੀਆਂ ਸੀ ਉਸ ਟਾਈਮ ਸਾਡੇ ਤੋਂ ਲੈ ਲਈਆਂ ਤੇ ਅਸੀਂ ਇਹੀ ਕੋਸ਼ਿਸ਼ ਹੈ ਅੱਜ ਵੀ ਸਾਡੀ ਕਿ ਸਾਨੂੰ ਕੋਈ ਛੋਟਾ ਬੱਚਾ ਚਾਈਲਡ ਲੇਬਰ ਮਿਲ ਜੇ ਅਸੀਂ ਉਹਨੂੰ ਸਕੂਲ ਵਾਲੇ ਪਾਸੇ ਤੋੜ ਦਿੰਦੇ ਹਾਂ। ਸਾਡੀ ਕੋਸ਼ਿਸ਼ ਇਹ ਜਾਰੀ ਰਹੇਗੀ ਜੀ। ਧੰਨਵਾਦ ਜੀ। ਸੋ ਦਰਸ਼ਕੋ, ਕਿਤੇ ਨਾ ਕਿਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਕਿਉਂਕਿ ਇਨਸਾਨ ਨੂੰ ਜੋ ਇਹ ਮਨੁੱਖੀ ਜਾਮਾ ਮਿਲਿਆ ਹੈ ਇਸ ਦਾ ਜੋ ਬਹੁਤ ਘੱਟ ਸ਼ਖਸੀਅਤਾਂ ਕਰਦੀਆਂ ਹਨ ਤੇ ਧੰਨ ਹਨ ਸਰਦਾਰ ਰਵਿੰਦਰ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕੋਈ ਨਾ ਕੋਈ ਅਜਿਹਾ ਲਾਲਚ ਦੇ ਕੇ ਖੇਡਾਂ ਵੱਲ ਪ੍ਰੇਰਿਤ ਕਰਦੀਆਂ ਨੇ ਤਾਂ ਕਿ ਉਹ ਨਸ਼ਿਆਂ ਦੇ ਵੱਲ ਨਾ ਜਾਣ। ਲਾਲਚ ਬੇਸ਼ੱਕ ਉਹਨਾਂ ਦੀ ਜ਼ਿੰਦਗੀ ਦੇ ਲਈ ਅਜਿਹਾ ਲਾਲਚ ਹੈ ਜੋ ਕਿਤੇ ਨਾ ਕਿਤੇ ਉਹਨਾਂ ਨੂੰ ਸਿਹਤਮੰਦ ਵੀ ਰੱਖਦਾ ਹੈ, ਉਹਨਾਂ ਨੂੰ ਫਲ ਫਰੂਟ ਤੇ ਭੋਜਨ ਦਿੱਤਾ ਜਾ ਰਿਹਾ ਹੈ ਤੇ ਅਜਿਹੀਆਂ ਸ਼ਖਸੀਅਤਾਂ ਨੂੰ ਜਿੰਨਾ ਜਿਹੜਾ ਐਪਰੀਸ਼ੀਏਟ ਕੀਤਾ ਜਾਵੇ ਉਹਨਾਂ ਘੱਟ ਹੈ। ਤੇ ਇਸ ਦੇ ਨਾਲ ਹੀ ਬੜੀ ਵੱਡੀ ਗੱਲ ਹੈ ਕਿ ਸਰ ਤੁਹਾਨੂੰ 3 ਵਾਰ ਜਿਹੜਾ ਹੈਗਾ ਸਟੇਟ ਅਵਾਰਡ ਮਿਲਿਆ। ਫਿਊਚਰ ਦੀਆਂ ਜੇਕਰ ਸੇਵਾਵਾਂ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਪਲਾਨਸ ਨੇ? ਦੇਖੋ, ਇਹਦੇ ਵਿੱਚ ਧੰਨ ਤਾਂ ਮੇਰੇ ਸਤਿਗੁਰੂ ਹਨ। ਤੁਸੀਂ ਇਹ ਲਫ਼ਜ਼ ਬੋਲਿਆ ਸੀ, ਪਰ ਮੇਰੇ ਸਤਿਗੁਰੂ ਧੰਨ ਹਨ ਜਿਨ੍ਹਾਂ ਨੇ ਸਾਨੂੰ ਇਸ ਸੇਵਾ ਦਾ ਮੌਕਾ ਮਿਲਿਆ, ਸੇਵਾ ਦਾ ਮੌਕਾ ਦਿੱਤਾ। ਇਹ ਮੌਕਾ ਸ਼ਾਇਦ ਸਤਿਗੁਰੂ ਜੀ ਦੇ ਮਰਜ਼ੀ ਸਿਰ ਤੇ ਹੱਥ ਰੱਖ ਦੇਣ ਉਹ ਵੀ ਖੜਾ ਹੋ ਜਾਏਗਾ। ਮੈਂ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਜਿਹਨੇ ਸਾਨੂੰ ਇਹ ਮੌਕਾ ਦਿੱਤਾ। ਮੇਰੇ ਸਤਿਗੁਰੂ ਧੰਨ ਹਨ ਤੇ ਇਹ ਸੇਵਾਵਾਂ ਜਿਹੜੀਆਂ ਹੈਗੀਆਂ ਪਰਮਾਤਮਾ ਸਾਡੇ ਤੋਂ ਜਿੱਦੀ ਤੱਕ ਮੇਰੀ ਜ਼ਿੰਦਗੀ ਹੈ, ਮੇਰੇ ਸਵਾਸ ਹਨ, ਮੈਂ ਕਹਿੰਦਾ ਮੇਰੇ ਤੋਂ ਇਹ ਸੇਵਾਵਾਂ ਲੈਂਦੇ ਰਹਿਣ, ਚਾਹੇ ਐਜੂਕੇਸ਼ਨ ਫੀਲਡ 'ਚ ਚਾਹੇ ਉਹ ਮੈਡੀਕਲ ਫੀਲਡ 'ਚ ਚਾਹੇ ਉਹ ਖੇਡ ਦੇ ਫੀਲਡ 'ਚ ਜਾਂ ਧਾਰਮਿਕ ਸੇਵਾਵਾਂ ਹਨ। ਇਹ ਪਰਮਾਤਮਾ ਮੇਰੇ ਤੋਂ ਲੈਂਦਾ ਰਹੇ ਔਰ ਮੈਂ ਇਹ ਆਸ ਕਰਦਾ ਔਰ ਅਰਦਾਸ ਵੀ ਕਰਦਾ ਔਰ ਤੁਹਾਡੀ ਸੰਗਤਾਂ ਦੀ ਅਰਦਾਸ ਵੀ ਕੋਸ਼ਿਸ਼ ਇਹੀ ਕਰਾਂ ਕਿ ਤੁਸੀਂ ਵੀ ਅਰਦਾਸ ਕਰੋ ਕਿ ਪਰਮਾਤਮਾ ਇਹਨਾਂ 'ਤੇ ਮਿਹਰ ਕਰੇ ਔਰ ਇਹ ਸੇਵਾਵਾਂ ਲੈਂਦੇ ਰਹਿਣ।
ਧੰਨਵਾਦ ਜੀ। ਸੱਚ ਹੈ ਜੀ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਵਾਹਿਗੁਰੂ ਵੀ ਉਸ ਇਨਸਾਨ ਨੂੰ ਸਮਾਜ ਸੇਵਾ ਦੇ ਲਈ ਜਾਂ ਲੋਕਾਂ ਦੇ ਲਈ ਚੁਣਦਾ ਹੈ ਜਿਸ ਇਨਸਾਨ ਨੂੰ ਵਾਹਿਗੁਰੂ ਆਪਣੇ ਲੜ ਲਾਉਂਦਾ ਹੈ। ਸੋ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਸਮਾਜ ਨੂੰ ਹਰ ਸਮੇਂ ਖੜਾ ਰਹਿਣਾ ਚਾਹੀਦਾ ਹੈ ਤੇ ਸਮਾਜ ਨੂੰ ਅਜਿਹੀਆਂ ਸ਼ਖਸੀਅਤਾਂ ਤੋਂ ਨਵੀਂ ਸੇਧ ਮਿਲਦੀ ਹੈ। ਅਗਲੇ ਹਫਤੇ ਇਸੇ ਸਮੇਂ ਇਸੇ ਚੈਨਲ ਤੇ ਇੱਕ ਹੋਰ ਸ਼ਖਸੀਅਤਾਂ ਨੂੰ, ਇੱਕ ਹੋਰ ਵਧੀਆ ਖੇਡ ਪ੍ਰਮੋਟਰਸ ਨੂੰ ਲੈ ਕੇ ਅਸੀਂ ਹੋਵਾਂਗੇ ਤੁਹਾਡੇ ਰੂਬਰੂ ਤੇ ਦੇਵਾਂਗੇ ਤੁਹਾਡੀ ਦਹਿਲੀਜ਼ ਤੇ ਦਸਤਕ। ਤਦ ਤੱਕ ਮੈਨੂੰ ਹਰਦੀਪ ਕੌਰ ਵਿਰਕ ਨੂੰ ਅਤੇ ਮੇਰੇ ਨਾਲ ਸਰਦਾਰ ਰਵਿੰਦਰ ਸਿੰਘ ਜੀ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰੋਗਰਾਮ ਕਰੋਨਾ ਵਾਰੀਅਰ।